है स्टूडेंट स्वागत है एक बार फिर तो ਤੁਹਾਡਾ ਆਪਣੀ ਸੋਲਰ ਅਕੈਡਮੀ ਤੇ ਆਪਣਾ ਸਬਜੈਕਟ ਸੋਸ਼ਲ ਸਾਇੰਸ ਜਿਸ ਦਾ ਜੀਓਗ੍ਰਾਫੀ ਭੂਗੋਲ ਆਪਾਂ ਕਰ ਰਹੇ ਹਾਂ ਤੇ ਅੱਜ ਆਪਾਂ ਕਰਾਂਗੇ ਕਲਾਈਮੇਟ ਜਲਵਾਯੂ ਲੈਸਨ ਤੀਜੇ ਦਾ ਪਾਰਟ ਤੀਜਾ ਤੇ ਜਿਹੜੇ ਪਹਿਲੇ ਵਾਲੇ ਪਾਰਟ ਹੈ ਉਹ ਤੁਹਾਨੂੰ ਇਸ ਵੀਡੀਓ ਦੇ ਜਿਹੜਾ ਡਿਸਕ੍ਰਿਪਸ਼ਨ ਵਿੱਚ ਪਲੇਲਿਸਟ ਦੇ ਰੂਪ ਵਿੱਚ ਮਿਲ ਜਾਣਗੇ ਤੇ ਤੁਸੀਂ ਜੇਕਰ ਕਿਸੇ ਵੀ ਪੁਆਇੰਟ ਤੇ ਕੋਈ ਡਾਊਟ ਹੈ ਤਾਂ ਤੁਸੀਂ ਟੈਲੀਗ੍ਰਾਮ ਦੇ ਵਿੱਚ ਆਪਣਾ ਜਿਹੜਾ ਜੁਆਇਨ ਕਰਕੇ ਉਹਦਾ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ ਤੇ ਆਪਾਂ ਜ਼ਿਆਦਾ ਸਮਾਂ ਲੈਂਦੇ ਹੋਏ ਵੀਡੀਓ ਨੂੰ ਸਟਾਰਟ ਕਰਦੇ ਹਾਂ। तो अज की क्लास जी बहुत इंपोर्टेंट होने वाली है तो आप देखते हैं इसका पॉइंट देखो वर्खा रुत मध्य जून तो मध्य सितंबर जोड़ा आपने पार्ट 2 विच कीता सी कि जड़ा वर्खा रुत ने वो 4 तरह दी होंदियां ने ते दो तो आप उस वीडियो विच कर ली सी ते अज आप करांगे तीजी ते चौथी ये वाली तीजी है यानी कि वर्खा रुत जी चलती है मध्य जून तो मध्य सितंबर तक तो आप इसके इंपोर्टेंट पॉइंट देखते हैं। तो एक गल हो ਜਿਹੜੇ भी मैं पॉइंट करवा रहा तुसी कापी ਦੇ ਵਿੱਚ नोट जरूर करो क्योंकि ਆਪਾਂ ਬਾਅਦ ਵਿੱਚ ਕਾਪੀ ਵਿੱਚ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਆਪਾਂ ਨੂੰ ਯਾਦ ਰਹਿੰਦਾ ਹੈ। ਤੇ ਆਪਾਂ ਦੇਖਦੇ ਹਾਂ ਇਸ ਨੂੰ ਦੱਖਣ ਪੱਛਮੀ ਮਾਨਸੂਨ ਵੀ ਦੀ ਰੁੱਤ ਵੀ ਕਿਹਾ ਜਾਂਦਾ ਹੈ। ਜਿਹੜੀ ਇਹ ਵਰਖਾ ਰੁੱਤ ਹੈ ਇਸ ਨੂੰ ਜਿਹੜੀ ਜੂਨ ਤੋਂ ਮੱਧ ਸਤੰਬਰ ਤੱਕ ਚੱਲਦੀ ਹੈ ਜੋ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ਆਪਣੇ ਭਾਰਤ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ ਦੱਖਣ ਪੱਛਮੀ ਮਾਨਸੂਨ ਵੀ ਕਿਹਾ ਜਾਂਦਾ ਹੈ ਕਿਉਂਕਿ ਦੱਖਣ ਪੱਛਮ ਵਿੱਚ ਇਹ ਵੱਧ ਵਰਖਾ ਕਰਦੀ ਹੈ। ਅੱਗੇ ਦੇਖੋ ਇਸਦਾ ਪੁਆਇੰਟ ਵਿਸ਼ਾਲ ਉੱਤਰੀ ਮੈਦਾਨਾਂ ਵਿੱਚ ਬਣੀ ਅੰਤਰ ਉਸ਼ਣ ਸੁਮੇਲ ਪੱਟੀ ਭੂ ਮੱਧ ਰੇਖਾ ਨੂੰ ਪਾਰ ਕਰਦੀ ਦੱਖਣ ਪੂਰਬੀ ਵਪਾਰਕ ਕੋਣਾਂ ਨੂੰ ਖਿੱਚ ਲੈਂਦੀ ਹੈ ਤੇ ਇਹ ਹਿੰਦ ਮਹਾਸਾਗਰ ਨੂੰ ਪਾਰ ਕਰਦੀ ਨਮੀ ਭਰ ਕੇ ਦੱਖਣ ਪੱਛਮ ਤੇ ਪੁੱਜ ਕੇ ਤੇਜ਼ ਵਰਖਾ ਕਰਦੀ ਹੈ ਜਿਸ ਨੂੰ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ। ਇੱਕ ਵਾਰ ਇਸ ਨੂੰ ਧਿਆਨ ਨਾਲ ਪੜ੍ਹੋ ਜਿਹੜਾ ਵਿਸ਼ਾਲ ਉੱਤਰ ਮੈਦਾਨ ਹੈ ਆਪਾਂ ਨੇ ਧਰਾਤਲ ਵਿੱਚ ਕੀਤਾ ਸੀ ਜਿਹੜਾ ਕਿ ਦੂਜਾ ਇਹ ਭਾਗ ਹੈ ਵਿਸ਼ਾਲ ਉੱਤਰੀ ਮੈਦਾਨ ਇਹਨਾਂ ਵਿੱਚ ਜਿਹੜੀ ਬਣਦੀ ਹੈ ਪੱਟੀ ਕਿਹੜੀ ਅੰਤਰ ਉਸ਼ਣ ਸੁਮੇਲ ਪੱਟੀ ਉਹ ਭੂ ਮੱਧ ਰੇਖਾ ਨੂੰ ਪਾਰ ਕਰਦੀ ਹੋਈ ਦੱਖਣ ਪੂਰਬੀ ਵਪਾਰਕ ਕੋਣਾਂ ਜਿਹੜੀ ਚੱਲਦੀਆਂ ਨੇ ਉਹਨਾਂ ਨੂੰ ਖਿੱਚ ਲੈਂਦੀ ਹੈ ਆਪਣੇ ਵੱਲ ਤੇ ਇਹ ਹਿੰਦ ਮਹਾਸਾਗਰ ਨੂੰ ਪਾਰ ਕਰਦੀ ਹੋਈ ਨਮੀ ਭਰ ਕੇ ਦੱਖਣ ਪੱਛਮ ਤੇ ਪੁੱਜ ਜਾਂਦੀ ਹੈ। ਜਿਹੜਾ ਭਾਰਤ ਦਾ ਦੱਖਣ ਪੱਛਮ ਸਿਰਾ ਹੈ ਉਧਰ ਇਹ ਪੁੱਜ ਜਾਂਦੀ ਹੈ ਜਿਹੜਾ ਹਿੰਦ ਮਹਾਸਾਗਰ ਵੀ ਉਧਰ ਹੈ ਉਧਰ ਇਹ ਹਵਾ ਚੱਲ ਕੇ ਹਿੰਦ ਮਹਾਸਾਗਰ ਵਿੱਚ ਨਮੀ ਲੈ ਕੇ ਦੱਖਣ ਪੱਛਮ ਵਿੱਚ ਪੁੱਜ ਕੇ ਉਧਰ ਸਭ ਤੋਂ ਜ਼ਿਆਦਾ ਵਰਖਾ ਕਰਦੀ ਹੈ ਜਿਸ ਨੂੰ ਕੀ ਕਿਹਾ ਜਾਂਦਾ ਮਾਨਸੂਨ ਦਾ ਫਟਣਾ ਕਿਉਂਕਿ ਵੱਧ ਵਰਖਾ ਹੁੰਦੀ ਹੈ ਤਾਂ ਕਰਕੇ ਇਸ ਨੂੰ ਕਹਿੰਦੇ ਆਪਾਂ ਵੀ ਮਾਨਸੂਨ ਫਟ ਗਈ ਹੈ ਯਾਨੀ ਕਿ ਵੱਧ ਵਰਖਾ ਹੋ ਰਹੀ ਹੈ। ਫਿਰ ਇਹ ਦੱਖਣ ਪੱਛਮੀ ਪੌਣਾ ਉੱਤਰ ਪੂਰਬ ਵਿੱਚ 30 ਕਿਲੋਮੀਟਰ ਪ੍ਰਤੀ ਹੌਰ ਦੀ ਰਫ਼ਤਾਰ ਨਾਲ ਚੱਲ ਕੇ ਉੱਥੇ ਭਾਰੀ ਵਰਖਾ ਕਰਦੀ ਹੈ। ਇਹ ਵਰਖਾ ਜਿਹੜੀ ਚਲਦੀ ਉੱਤਰ ਪੂਰਬ ਵਿੱਚ ਚਲ ਜਾਂਦੀ ਹੈ ਤੇ ਉਧਰ ਵੀ ਇਹ ਵਰਖਾ ਕਰਦੀ ਹੈ। ਅੱਗੇ ਦੇਖੋ ਇਸ ਦਾ ਪੁਆਇੰਟ ਦੱਖਣ ਪੱਛਮੀ ਪੌਣਾ ਪ੍ਰਾਇ ਦੀ ਪਠਾਰ ਆਣ ਕਰਕੇ ਦੋ ਸ਼ਾਖਾਵਾਂ ਅਰਬ ਸਾਗਰ ਦੀ ਸ਼ਾਖਾ ਤੇ ਖਾੜੀ ਬੰਗਾਲ ਦੀ ਸ਼ਾਖਾ ਵਿੱਚ ਵੰਡ ਜਾਂਦੀ ਹੈ। ਜਿਹੜੀ ਦੱਖਣੀ ਪੱਛਮੀ ਪੌਣਾ ਆਪਾਂ ਕਰ ਰਹੇ ਹਾਂ ਜਿਹੜਾ ਆਪਾਂ ਹੁਣ ਕਰਕੇ ਹਟੇ ਹਾਂ ਜਿਹੜੀ ਕਿ ਹਿੰਦ ਮਹਾਸਾਗਰ ਵਿੱਚ ਜਿਹੜੀ ਲੰਘ ਕੇ ਆਉਂਦੀ ਹੈ ਉਹ ਜਿਹੜੀ ਪ੍ਰਾਇ ਦੀ ਪਠਾਰ ਆਉਂਦਾ ਹੈ ਭਾਰਤ ਵਿੱਚ ਜਿਹੜਾ ਤੀਜਾ ਇਹਦਾ ਭਾਗ ਹੈ ਧਰਾਤਲ ਦਾ ਤੇ ਉਧਰ ਇਹ ਟਕਰਾ ਕੇ ਦੋ ਸ਼ਾਖਾਵਾਂ ਵਿੱਚ ਟੁੱਟ ਜਾਂਦੀਆਂ ਨੇ ਕਿਹੜੀ ਅਰਬ ਸਾਗਰ ਦੀ ਸ਼ਾਖਾ ਜਿਹੜੀ ਕਿ ਅਰਬ ਸਾਗਰ ਜਿਹੜਾ ਸਮੁੰਦਰ ਦਾ ਪਾਰਟ ਹੈ ਉਧਰ ਚਲੀ ਜਾਂਦੀ ਹੈ ਜਿਹੜੀ ਅਰਬ ਸਾਗਰ ਦੀ ਸ਼ਾਖਾ ਉਸ ਨੂੰ ਬੋਲਦੇ ਆ ਤੇ ਇੱਕ ਚਲੀ ਜਾਂਦੀ ਹੈ ਖਾੜੀ ਬੰਗਾਲ ਵੱਲ ਜਿਸ ਨੂੰ ਖਾੜੀ ਬੰਗਾਲ ਦੀ ਸ਼ਾਖਾ ਆਪਾਂ ਬੋਲਦੇ ਹਾਂ। ਅੱਗੇ ਦੇਖੋ ਅਰਬ ਸਾਗਰ ਦੀ ਸ਼ਾਖਾ ਉੱਤਰ ਵਿੱਚ ਯਾਤਰਾ ਸ਼ੁਰੂ ਕਰ ਦਿੰਦੀ ਹੈ ਅਤੇ ਇਹ ਨਰਮਦਾ ਤੇ ਤਾਪਤੀ ਨਦੀਆਂ ਤੇ ਬਰਸ ਕੇ ਅੱਗੇ ਛੋਟੇ ਨਾਗਪੁਰ ਵਿੱਚ ਖਾੜੀ ਬੰਗਾਲ ਦੀ ਸ਼ਾਖਾ ਨਾਲ ਮਿਲ ਕੇ 150 ਸੈਂਟੀਮੀਟਰ ਦੀ ਵਰਖਾ ਕਰਦੀ ਹੈ। ਦੇਖੋ ਜਿਹੜੀ ਅਰਬ ਸਾਗਰ ਦੀ ਸ਼ਾਖਾ ਹੈ ਉਹ ਉੱਤਰ ਵੱਲ ਯਾਤਰਾ ਸ਼ੁਰੂ ਕਰ ਦਿੰਦੀ ਹੈ ਯਾਨੀ ਕਿ ਆਪਣੇ ਪੰਜਾਬ ਹਰਿਆਣਾ ਵਾਲਾ ਜਿਹੜਾ ਇਹ ਰਾਜ ਆ ਗਿਆ ਨਾ ਉਧਰ ਵੱਲ ਉੱਤਰ ਵੱਲ ਇਹ ਯਾਤਰਾ ਸ਼ੁਰੂ ਕਰ ਦਿੰਦੀ ਹੈ ਅਤੇ ਇਹ ਨਰਮਦਾ ਤੇ ਤਾਪਤੀ ਨਦੀਆਂ ਜਿਹੜੀ ਕਿ ਇਹਦੇ ਜਿਹੜੀ ਵਿਚਕਾਰ ਆਉਂਦੀ ਹੈ ਤੇ ਬਰਸ ਕੇ ਅੱਗੇ ਛੋਟੇ ਨਾਗਪੁਰ ਵਿੱਚ ਖਾੜੀ ਬੰਗਾਲ ਦੀ ਸ਼ਾਖਾ ਨਾਲ ਮਿਲ ਕੇ ਜਿਹੜੀ ਖਾੜੀ ਬੰਗਾਲ ਦੀ ਸ਼ਾਖਾ ਵੀ ਆਉਂਦੀ ਹੈ ਉਧਰ ਵਰਖਾ ਕਰਕੇ ਉਹਦੇ ਨਾਲ ਇਹ ਮਿਲ ਕੇ 150 ਸੈਂਟੀਮੀਟਰ ਦੀ ਵਰਖਾ ਕਰਦੀ ਹੈ। ਅੱਗੇ ਦੇਖੋ ਫਿਰ ਇਹ ਘੱਟ ਨਮੀ ਪੌਣਾ ਰਹਿ ਜਾਂਦੀਆਂ ਹਨ ਕਿਉਂਕਿ ਵਰਖਾ ਕਰਦੀ ਰਹਿੰਦੀ ਇਹ ਕੀ ਹੁੰਦਾ ਹੈ ਜਿਹੜੇ ਹਵਾ ਵਿੱਚ ਘੱਟ ਨਮੀ ਰਹਿੰਦੀ ਹੈ ਤੇ ਉੱਤਰ ਵੱਲ ਜਾਂਦੇ ਰਾਜਸਥਾਨ ਦੀ ਗਰਮ ਹਵਾ ਇਸ ਨੂੰ ਹੋਰ ਘੱਟ ਨਮੀ ਕਰ ਦਿੰਦੀ ਹੈ ਤੇ ਪੰਜਾਬ ਹਿਮਾਚਲ ਤੇ ਜਾ ਕੇ ਖਾੜੀ ਬੰਗਾਲ ਦੀ ਸ਼ਾਖਾ ਨਾਲ ਮਿਲ ਕੇ ਧਰਮਸ਼ਾਲਾ ਵਿੱਚ ਬਹੁਤ ਤੇਜ਼ ਵਰਖਾ ਕਰਦੀ ਹੈ। ਜਿਹੜੀ ਇਹ ਮਾਨਸੂਨ ਪੌਣਾ ਚੱਲਦੀ ਰਹਿੰਦੀ ਹੈ ਵਰਖਾ ਕਰਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਤੇ ਕੀ ਹੁੰਦਾ ਜਿਹੜੀ ਘੱਟ ਨਮੀ ਹੁੰਦੀ ਰਹਿੰਦੀ ਹੈ। ਫਿਰ ਅੱਗੇ ਆਉਂਦਾ ਹੈ ਰਾਜਸਥਾਨ ਜਿਹੜੇ ਕਿ ਰਾਜਸਥਾਨ ਦੀ ਗਰਮ ਹਵਾ ਹੈ ਉਹ ਇਸ ਨੂੰ ਬਹੁਤ ਘੱਟ ਕਰ ਦਿੰਦੀ ਹੈ ਜਿਸ ਕਰਕੇ ਹੀ ਪੰਜਾਬ ਵਿੱਚ ਘੱਟ ਵਰਖਾ ਹੁੰਦੀ ਹੈ ਤੇ ਅੱਗੇ ਜਾ ਕੇ ਘੱਟ ਵਰਖਾ ਹੁੰਦੀ ਹੈ। ਅੱਗੇ ਦੇਖੋ ਅੱਗੇ ਇਹ ਬੰਗਾਲ ਦੀ ਸ਼ਾਖਾ ਨਾਲ ਮਿਲ ਕੇ ਧਰਮਸ਼ਾਲਾ ਜਿਹੜੀ ਹਿਮਾਚਲ ਵਿੱਚ ਹੈ ਹਿਮਾਚਲ ਪ੍ਰਦੇਸ਼ ਉਧਰ ਇਹ ਕੀ ਬਹੁਤ ਤੇਜ਼ ਵਰਖਾ ਕਰਦੀ ਹੈ। ਅੱਗੇ ਦੇਖੋ ਖਾੜੀ ਬੰਗਾਲ ਇਹ ਦੇਖੋ
ਖਾੜੀ ਬੰਗਾਲ ਦੀ ਸਾਖਾ ਦੱਖਣ ਤੋਂ ਪੂਰਬ ਵੱਲ ਜਾਂਦੀ ਜਾਂਦੀ ਉੱਥੇ ਹਿਮਾਲਿਆ ਆਣ ਕਰਕੇ ਮੇਘਾਲਿਆ ਵਿੱਚ ਪਹਾੜ ਆਣ ਕਰਕੇ ਉੱਥੇ ਸਭ ਤੋਂ ਜ਼ਿਆਦਾ ਵਰਖਾ ਕਰਦੀ ਹੈ। ਜਿਹੜੀ ਆਪਾਂ ਅਰਬ ਸਾਗਰ ਦੀ ਤਾਂ ਦੇਖ ਲਈ, ਜਿਹੜੀ ਕਿ ਉੱਤਰ ਵੱਲ ਯਾਤਰਾ ਕਰਦੀ ਹੈ। ਦੂਜੀ ਸਾਖਾ ਹੈ ਖਾੜੀ ਬੰਗਾਲ ਦੀ ਸਾਖਾ, ਜਿਹੜੀ ਕਿ ਦੱਖਣ ਤੋਂ ਪੂਰਬ ਵੱਲ ਜਾਂਦੀ ਹੋਈ ਇਹ ਜਾਂਦੀ ਰਹਿੰਦੀ ਹੈ ਪੂਰਬ ਵੱਲ। ਤੇ ਅੱਗੇ ਕੀ ਆਉਂਦਾ ਹੈ ਹਿਮਾਲਿਆ ਪਰਬਤ, ਜਿਹੜਾ ਕਿ ਅਰੁਣਾਚਲ ਪ੍ਰਦੇਸ਼ ਉਧਰ ਵੱਲ ਹੈ ਹਿਮਾਲਿਆ ਪਰਬਤ, ਤੇ ਮੇਘਾਲਿਆ ਵਿੱਚ ਪਹਾੜ ਆਣ ਕਰਕੇ ਉੱਥੇ ਇਹ ਸਭ ਤੋਂ ਜ਼ਿਆਦਾ ਵਰਖਾ ਕਰਦੀ ਹੈ। ਆਪਾਂ ਨੇ ਪੜ੍ਹਿਆ ਵੀ ਸੀ ਜਿਹੜਾ ਪਾਰਟ ਦੂਜੇ ਦੇ ਪਾਰਟ ਪਹਿਲੇ ਵਿੱਚ ਕਿ ਜਿਹੜੀ ਪਹਾੜੀ ਵਰਖਾ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਕਿਉਂ? ਕਿਉਂਕਿ ਜਿਹੜੀ ਮਾਨਸੂਨ ਪੌਣਾ ਨੇ ਉਹ ਪਹਾੜਾਂ ਨਾਲ ਟਕਰਾ ਕੇ ਵਰਖਾ ਕਰਦੀ ਹੈ, ਤੇ ਮੇਘਾਲਿਆ ਵਿੱਚ ਤੇ ਉੱਧਰ ਜ਼ਿਆਦਾ ਪਹਾੜ ਹੋਣ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ। ਫਿਰ ਇਹ ਹਿਮਾਲਿਆ ਆਉਣ ਕਰਕੇ ਦੋ ਭਾਗਾਂ ਪੂਰਬੀ ਤੇ ਪੱਛਮੀ, ਜਿਹੜੀ ਖਾੜੀ ਬੰਗਾਲ ਦੀ ਸ਼ਾਖਾ ਹੈ ਇਹ ਵੀ ਅੱਗੇ ਜਾ ਕੇ ਦੋ ਭਾਗਾਂ ਵਿੱਚ ਵੰਡ ਜਾਂਦੀ ਹੈ। ਕਿਹੜੀ ਕਿਹੜੀ? ਪੂਰਬੀ ਤੇ ਪੱਛਮੀ ਵਿੱਚ ਵੰਡ ਕੇ ਪੂਰਬੀ ਸ਼ਾਖਾ ਅਰੁਣਾਚਲ ਵਿੱਚ ਵਰਖਾ ਕਰਦੀ ਹੈ। ਜਿਹੜੀ ਇਹ ਦੋ ਭਾਗ ਰਹਿ ਗਏ ਸੀ, ਇਹਦੇ ਦੋ ਭਾਗ ਟੁੱਟੇ ਸੀ। ਪੂਰਬੀ ਸ਼ਾਖਾ ਹੈ ਜਿਹੜੀ ਉਹ ਅਰੁਣਾਚਲ ਵਿੱਚ ਵਰਖਾ ਕਰਦੀ ਹੈ, ਜਿਹੜੀ ਕਿ ਪੂਰਬ ਵਿੱਚ ਹੈ ਅਰੁਣਾਚਲ ਪ੍ਰਦੇਸ਼, ਠੀਕ ਹੈ। ਤੇ ਜਿਹੜੀ ਪੱਛਮੀ ਸ਼ਾਖਾ ਹੈ ਉਹ ਪੱਛਮ ਵੱਲ ਆ ਜਾਂਦੀ ਹੈ, ਤਾਂ ਇਸ ਦਾ ਨਾਮ ਪੱਛਮ ਹੈ। ਪੱਛਮੀ ਜਾਂਦੇ ਜਾਂਦੇ ਨਮੀ ਦੀ ਯਾਤਰਾ ਘੱਟ ਕਰਦੇ ਕਰਦੇ ਉੱਤਰ ਪੱਛਮ ਵਿੱਚ ਘੱਟ ਵਰਖਾ ਕਰਦੀ ਹੈ। ਅੱਗੇ ਦੇਖੋ ਚੌਥਾ ਇਸ ਦਾ ਜਿਹੜਾ ਭਾਗ, ਤੀਜਾ ਵੀ ਕਰ ਲਿਆ ਆਪਾਂ ਨੇ। ਚੌਥਾ ਦੇਖੋ ਜਿਹੜਾ ਰੁੱਤ ਦਾ ਜਿਹੜਾ ਭਾਗ ਹੈ, ਚੌਥਾ ਲਾਸਟ ਭਾਗ ਹੈ ਵਾਪਸ ਮੁੜਦੀਆਂ ਮਾਨਸੂਨ ਪੌਣਾ ਦੇ ਮੌਸਮ ਦੀ ਰੁੱਤ ਮੱਧ ਸਤੰਬਰ ਤੋਂ ਮੱਧ ਦਸੰਬਰ, ਜਿਹੜੇ ਕਿ ਵਾਪਸ ਮੁੜਦੀਆਂ ਮਾਨਸੂਨ ਪੌਣਾ ਆ ਗਈਆਂ ਤੇ ਉਹ ਵਰਖਾ ਕਰਦੀ ਹੈ ਤੇ ਇਹ ਵਾਪਸ ਵੀ ਚਲੀ ਜਾਂਦੀ ਹੈ। ਤੇ ਜਿਹੜੀ ਆਪਾਂ ਇਹ ਰੁੱਤ ਪੜ੍ਹ ਰਿਹਾ ਇਹ ਹੈ ਵਾਪਸ ਮੁੜਦੀਆਂ ਮਾਨਸੂਨ ਪੌਣਾ, ਜਿਹੜੀ ਕਿ ਹੁੰਦੀ ਹੈ ਮੱਧ ਸਤੰਬਰ ਤੋਂ ਮੱਧ ਦਸੰਬਰ ਤੱਕ, ਠੀਕ ਹੈ। ਇਸ ਦੇ ਜਿਹੜੇ ਇੰਪੋਰਟੈਂਟ ਪੁਆਇੰਟ ਹੈ ਉਹ ਦੇਖੋ। ਇਸ ਨੂੰ ਸਰਦ ਰੁੱਤ ਵੀ ਕਹਿੰਦੇ ਹਨ, ਕਿਉਂਕਿ ਜਿਹੜਾ ਸਤੰਬਰ ਤੇ ਮੱਧ ਦਸੰਬਰ ਤੱਕ ਜਿਹੜੀ ਸਰਦੀ ਪੈਂਦੀ ਹੈ ਨਾ, ਤਾਂ ਕਰਕੇ ਇਸ ਨੂੰ ਸਰਦ ਰੁੱਤ ਵੀ ਕਹਿੰਦੇ ਹਨ। ਵਰਖਾ ਰੁੱਤ ਦੁਆਰਾ ਹਵਾ ਵਿੱਚ ਪਾਣੀ ਦੀ ਛੋਟੀ ਛੋਟੀ ਬੂੰਦਾਂ ਨੂੰ ਹੁਮਸ ਕਹਿੰਦੇ ਹਨ। ਜਿਹੜੀ ਦੇਖੋ ਵਰਖਾ ਹੁੰਦੀ ਹੈ ਤਾਂ ਕੀ ਹੁੰਦਾ ਹੈ, ਹਵਾ ਵਿੱਚ ਛੋਟੀ ਛੋਟੀ ਬੂੰਦਾਂ ਬਣ ਜਾਂਦੀਆਂ ਨੇ, ਛੋਟੀ ਛੋਟੀ ਬੂੰਦਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਹੁਮਸ, ਠੀਕ ਹੈ। ਅੱਗੇ ਦੇਖੋ ਇਸ ਦਾ ਪੁਆਇੰਟ, ਇਸ ਰੁੱਤ ਵਿੱਚ ਉੱਤਰ ਪੱਛਮੀ ਘੱਟ ਦਬਾਅ ਹੋ ਜਾਂਦਾ ਹੈ ਤੇ ਬੰਗਾਲ ਦੀ ਖਾੜੀ ਹੁੰਦੇ ਹੋਏ ਹਿੰਦ ਮਹਾਸਾਗਰ ਵਿੱਚ ਚਲੀ ਜਾਂਦੀਆਂ ਹਨ ਤੇ ਚੱਕਰਵਾਤਾਂ ਦੁਆਰਾ ਪੂਰਬੀ ਤਟਵਰਤੀ ਮੈਦਾਨਾਂ ਤੇ ਤਮਿਲਨਾਡੂ ਦੇ ਅੰਦਰੂਨੀ ਭਾਗਾਂ ਤੇ ਭਰਪੂਰ ਵਰਖਾ ਕਰਦੀਆਂ ਹਨ। ਆਪਾਂ ਦੇਖਦੇ ਹਾਂ ਕਿ ਜਿਹੜੀ ਵਾਪਸ ਮੁੜਦੀਆਂ ਪੌਣਾ ਨੇ, ਜਿਹੜੀ ਮਾਨਸੂਨ ਪੌਣਾ ਨੇ, ਉਹ ਕਿੱਧਰ ਵਰਖਾ ਕਰਦੀ ਹੈ? ਉਹ ਕਰਦੀ ਹੈ ਤਮਿਲਨਾਡੂ ਵਿੱਚ, ਠੀਕ ਹੈ। ਤਮਿਲਨਾਡੂ ਰਾਜ ਜਿਹੜਾ ਕਿ ਭਾਰਤ ਦਾ ਦੱਖਣ ਵਿੱਚ ਪੈਂਦਾ ਹੈ, ਉਧਰ ਇਹ ਵਰਖਾ ਕਰਦੀ ਹੈ, ਠੀਕ ਹੈ। ਅੱਗੇ ਦੇਖੋ ਇਸ ਦਾ ਪੁਆਇੰਟ, ਇਹ ਪੌਣਾ ਜਿੱਥੇ ਦਾਖਲ ਹੋਈਆਂ ਸੀ ਉੱਥੇ ਦੇ ਰਸਤੇ ਹੀ ਵਾਪਸ ਮੁੜ ਜਾਂਦੀਆਂ ਹਨ। ਦੇਖੋ ਜਿਹੜਾ ਇਹ ਪੌਣਾ ਜਦੋਂ ਆਉਂਦੀ ਹੈ ਮਾਨਸੂਨ ਪੌਣਾ, ਜਿੱਧਰ ਜਿਹੜੇ ਇਹ ਰਸਤੇ 'ਤੇ ਆਉਂਦੀ ਹੈ, ਜਿਹੜੇ ਰਸਤੇ 'ਤੇ ਇਹ ਆਉਂਦੀ ਹੈ ਉਹੀ ਰਸਤੇ 'ਤੇ ਵਾਪਸ ਚਲੀ ਜਾਂਦੀ ਹੈ। ਅੱਗੇ ਦੇਖੋ, ਇਸ ਪ੍ਰਕਾਰ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਇਸ ਰੁੱਤ ਵਿੱਚ ਖੁਸ਼ਕ ਮੌਸਮ ਮਾਤਰਾ ਵੱਧ ਜਾਣ ਕਰਕੇ ਇਸ ਨੂੰ ਪਤਝੜ ਦੀ ਰੁੱਤ ਵੀ ਕਿਹਾ ਜਾਂਦਾ ਹੈ। ਅੱਗੇ ਦੇਖੋ, ਭਾਰਤ ਦੇ ਜਲ ਸਿੰਚਾਈ ਦੀ ਅਣਹੋਂਦ ਕਾਰਨ ਇੱਕ ਬਾਇਥਰੀ ਜ਼ਮੀਨ ਅਜੇ ਵੀ ਪਿਆਸੀ ਹੈ। ਦੇਖੋ ਭਾਰਤ ਦੀ ਜਿਹੜੀ ਜਲ ਸਿੰਚਾਈ ਦੀ ਅਣਹੋਂਦ ਕਾਰਨ, ਯਾਨੀ ਕਿ ਘੱਟ ਹੋਣ ਕਾਰਨ, ਜਿਹੜੀ ਕਿ ਭਾਰਤ ਦੀ ਜ਼ਮੀਨ ਹੈ ਤੀਜੇ ਦਾ ਜਿਹੜਾ ਪਹਿਲਾ ਹਿੱਸਾ ਵੀ ਕੀ ਰਹਿੰਦਾ ਹੈ? ਅਜੇ ਪਿਆਸਾ ਰਹਿੰਦਾ ਹੈ। ਉਸ਼ਣ ਕਟੀਬੰਧੀ ਚੱਕਰਵਾਤਾਂ ਨੂੰ ਆਸਟ੍ਰੇਲੀਆ ਵਿੱਚ ਦੱਖਣ ਬਸਟਰਸ ਕਿਹਾ ਜਾਂਦਾ ਹੈ, ਠੀਕ ਹੈ। ਅੱਗੇ ਦੇਖੋ, ਚੱਕਰਵਾਤਾਂ ਦੀ ਉਤਪਤੀ ਸਭ ਤੋਂ ਜ਼ਿਆਦਾ ਸੰਖਿਆ ਵਿੱਚ ਭੂ-ਮੱਧ ਰੇਖਾ 'ਤੇ ਹੁੰਦੀ ਹੈ। ਜਿਹੜੀ ਆਪਾਂ ਪੜ੍ਹੇ ਸੀ ਚੱਕਰਵਾਤ, ਇਹ ਹੁੰਦੀ ਹੈ ਗਰਮੀ ਕਾਰਨ, ਤੇ ਗਰਮੀ ਭੂ-ਮੱਧ ਰੇਖਾ ਜ਼ਿਆਦਾ ਪੈਂਦੀ ਹੈ, ਤਾਂ ਕਰਕੇ ਭੂ-ਮੱਧ ਰੇਖਾ ਦੇ ਕਾਰਨ ਹੀ ਚੱਕਰਵਾਤਾਂ ਦੀ ਉਤਪਤੀ ਸਭ ਤੋਂ ਜ਼ਿਆਦਾ ਸੰਖਿਆ ਵਿੱਚ ਹੁੰਦੀ ਹੈ। ਭੂ-ਮੱਧ ਰੇਖਾ ਦੇ ਸਭ ਤੋਂ ਘੱਟ ਤਾਪ ਅੰਤਰ ਪਾਇਆ ਜਾਂਦਾ ਹੈ। ਬੱਦਲਾਂ ਦੀ ਦਿਸ਼ਾ ਅਤੇ ਗਤੀ ਨੂੰ ਮਾਪਣ ਵਾਲੇ ਯੰਤਰ ਨੂੰ ਨੈਫੋਮੀਟਰ ਕਹਿੰਦੇ ਹਨ। ਇਹ ਗੱਲ ਜਿਹੜੀ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਕਾਪੀ ਦੇ ਵਿੱਚ ਨੋਟ ਜ਼ਰੂਰ ਕਰੋ। ਜਿਹੜੀ ਕਿ ਬੱਦਲ ਦੀ ਦਿਸ਼ਾ, ਬਈ ਬੱਦਲ ਦੀ ਕੀ ਦਿਸ਼ਾ ਹੈ? ਪੂਰਬ ਹੈ, ਪੱਛਮ ਹੈ, ਦੱਖਣ ਹੈ ਜਾਂ ਉੱਤਰ ਹੈ। ਅਤੇ ਗਤੀ ਨੂੰ ਮਾਪਣ ਵਾਲੇ, ਬਈ ਇਹਦੀ ਜਿਹੜੀ ਗਤੀ ਹੈ ਉਹ ਕਿੰਨੀ ਹੈ, ਕਿੰਨੇ ਕਿਲੋਮੀਟਰ ਪ੍ਰਤੀ ਘੰਟੇ ਦੀ ਨਾਲ ਇਹ ਚੱਲ ਰਹੇ ਨੇ, ਉਹ ਵਾਲੇ ਜਿਹੜੇ ਮਾਪਣ ਵਾਲਾ ਯੰਤਰ ਹੁੰਦਾ ਉਸ ਨੂੰ ਕੀ ਕਹਿੰਦੇ ਹਨ? ਨੈਫੋਮੀਟਰ। ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਤੇ ਅੱਗੇ ਦੇਖੋ, ਚੱਕਰਵਾਤ ਚਕਸੂ ਦੀ ਪ੍ਰਮੁੱਖ ਵਿਸ਼ੇਸ਼ਤਾ ਸਾਫ਼ ਤੇ ਨੀਲਾ ਅਸਮਾਨ ਹੈ। ਅੱਗੇ ਦੇਖੋ, ਜੈਟ ਸਟ੍ਰੀਮ ਉੱਚ ਪੱਧਰੀ ਪੱਛਮੀ ਪੌਣਾ ਹਨ। ਜਿਹੜੀ ਜੈਟ ਸਟ੍ਰੀਮ ਆਪਾਂ ਪੜ੍ਹੀ ਹੈ ਉੱਚ ਪੱਧਰੀ ਪੱਛਮੀ ਪੌਣਾ ਹਨ, ਤਾਂ ਕਰਕੇ ਜੈਟ ਸਟ੍ਰੀਮ ਇਹਨੂੰ ਕਹਿੰਦੇ ਹਨ। ਅੱਗੇ ਦੇਖੋ, ਤੜੀ ਝੰਡਾ ਦੀ ਉਤਪਤੀ ਕਪਾਹੀ ਵਰਖਾ ਬੱਦਲ ਨਾਲ ਹੁੰਦੀ ਹੈ। ਅੱਗੇ ਪੁਆਇੰਟ ਹੈ, ਟਾਰਨੇਡੋ ਅਤੀ ਵਿਨਾਸ਼ਕਾਰੀ ਤੂਫਾਨ ਹੈ। ਜੋ ਟਾਰਨੇਡੋ ਆਪਾਂ ਨੇ ਪੜ੍ਹਿਆ ਵੀ ਹੈ, ਕਦੇ ਕਦੇ ਫੋਟੋ ਵਿੱਚ ਦੇਖਿਆ ਵੀ ਹੈ ਕਿ ਟਾਰਨੇਡੋ ਉਹ ਜਿਹੜਾ ਅਤੀ ਵਿਨਾਸ਼ਕਾਰੀ ਤੂਫਾਨ
ਹੁੰਦਾ ਹੈ। ਨੈਕਸਟ ਪੁਆਇੰਟ ਹੈ ਮਾਨਸੂਨ ਪੌਣਾ ਦੀਆਂ ਦੋਵੇਂ ਸ਼ਾਖਾਵਾਂ ਆਪਾਂ ਨੇ ਪੜ੍ਹੀ ਹੈ ਜਿਹੜੀ ਕਿ ਕਿਹੜੀ ਅਰਬ ਸਾਗਰ ਦੀ ਸ਼ਾਖਾ ਤੇ ਖਾੜੀ ਬੰਗਾਲ ਦੇ ਸ਼ਾਖਾਵਾਂ ਆਪਸ ਵਿੱਚ ਪੰਜਾਬ ਤੇ ਹਿਮਾਚਲ ਵਿੱਚ ਮਿਲਦੀ ਹੈ ਤੇ ਇਹ ਦੋਵੇਂ ਸ਼ਾਖਾਵਾਂ ਅਤੇ ਬੰਗਾਲ ਖਾੜੀ ਦੀ ਚੱਕਰਵਾਤ ਛੋਟਾ ਨਾਗਪੁਰ ਦੇ ਪਠਾਰ ਵਿੱਚ ਮਿਲ ਕੇ ਵਰਖਾ ਕਰਦੇ ਹਨ। ਜਿਹੜੀ ਅਰਬ ਸਾਗਰ ਦੀ ਸ਼ਾਖਾ ਜਿਹੜੀ ਇਹ ਦੋ ਪਾਰਟ ਵਿੱਚ ਟੁੱਟੀ ਸੀ ਨਾ, ਦੱਖਣੀ ਜਿਹੜੀ ਪੂਰਬੀ ਸ਼ਾਖਾ ਦੱਖਣੀ ਪੱਛਮੀ ਜਿਹੜੀ ਸ਼ਾਖਾ ਸੀ ਇਹ ਦੋ ਭਾਗਾਂ ਵਿੱਚ ਟੁੱਟ ਗਈ ਸੀ, ਅਰਬ ਸਾਗਰ ਦੀ ਸ਼ਾਖਾ ਤੇ ਖਾੜੀ ਬੰਗਾਲ ਦੀ ਸ਼ਾਖਾ, ਤੇ ਇਹ ਅੱਗੇ ਜਾ ਕੇ ਵਰਖਾ ਕਰਦੀ ਇਹ ਆਪਸ ਵਿੱਚ ਮਿਲ ਜਾਂਦੀਆਂ ਨੇ। ਕਿੱਥੇ? ਪੰਜਾਬ ਤੇ ਹਿਮਾਚਲ ਵਿੱਚ ਅੱਗੇ ਜਾ ਕੇ ਇਹ ਮਿਲਦੀਆਂ ਹਨ ਤੇ ਇਹ ਦੋਵੇਂ ਸ਼ਾਖਾਵਾਂ ਮਿਲ ਕੇ ਜਿਹੜੇ ਕਿ ਖਾੜੀ ਬੰਗਾਲ ਦਾ ਚੱਕਰਵਾਤ ਛੋਟਾ ਨਾਗਪੁਰ ਦੇ ਪਠਾਰ ਵਿੱਚ ਮਿਲ ਕੇ ਵਰਖਾ ਕਰਦੇ ਹਨ। ਠੀਕ ਹੈ, ਅੱਗੇ ਦੇਖੋ ਪੁਆਇੰਟ ਹੈ ਸਮਤਾਪ ਰੇਖਾ ਆਈਸੋਥਰਮ, ਜਿਹੜਾ ਆਪਾਂ ਪੜ੍ਹ ਰਹੇ ਸੀ ਪਾਰਟ 1 ਤੇ ਪਾਰਟ 2 ਵਿੱਚ ਸਮਤਾਪ ਤੇ ਇਹ ਕੀ ਹੁੰਦਾ ਹੈ? ਸਮਤਾਪ ਰੇਖਾ ਸਮ ਮੀਨਸ ਸਮਾਨ, ਤਾਪ ਮੀਨਸ ਤਾਪਮਾਨ, ਭਾਵ ਇਹ ਨਕਸ਼ੇ ਉੱਤੇ ਖਿੱਚੀ ਗਈ ਉਹ ਰੇਖਾ ਹੈ ਜੋ ਇੱਕੋ ਜਿਹੀ ਤਾਪਮਾਨ ਵਾਲੇ ਥਾਂ ਨੂੰ ਦਰਸਾਉਂਦੀ ਹੈ। ਦੇਖੋ ਰੇਖਾ ਯਾਨੀ ਕਿ ਇੱਕ ਰੇਖਾ ਹੋਗੀ ਤੇ ਸਮਤਾਪ ਯਾਨੀ ਕਿ ਸਮਾਨਤਾ ਵਾਲੇ ਜਿਹੜੇ ਖੇਤਰ ਹਨ, ਜਿਹੜੇ ਦੇਸ਼ ਹਨ, ਜਿਹੜੀ ਥਾਵਾਂ ਹਨ ਉਹਨਾਂ ਨੂੰ ਇਹ ਦਰਸਾਉਂਦੀ ਹੈ। ਠੀਕ ਹੈ, ਅੱਗੇ ਦੇਖੋ ਸਮ ਵਰਖਾ, ਉਹੀ ਗੱਲ ਹੈ ਸਮ ਵਰਖਾ ਜਿਹੜੀ ਕਿ ਸਮਾਨ ਜਿਹੜੇ ਖੇਤਰ ਵਾਲੇ ਜਿਹੜੇ ਖੇਤਰਾਂ ਵਿੱਚ ਸਮਾਨ ਵਰਖਾ ਹੁੰਦੀ ਹੈ ਉਹ ਰੇਖਾ ਇਹ ਖਿੱਚੀ ਹੁੰਦੀ ਹੈ ਨਕਸ਼ੇ ਵਿੱਚ। ਠੀਕ ਹੈ, ਪੌਣਾ ਵੱਧ ਵਾਯੂ ਦਾਬ ਸਰਦੀ ਤੋਂ ਘੱਟ ਵਾਯੂ ਦਾਬ ਗਰਮੀ ਵੱਲ ਚਲਦੀਆਂ ਹਨ। ਆਪਾਂ ਨੂੰ ਪਤਾ ਹੀ ਹੈ ਜਿਹੜੀ ਪੌਣਾ ਹਨ, ਆਪਾਂ ਦੇਖਦੇ ਹਾਂ ਕਈ ਵਾਰ ਗਰਮੀਆਂ ਵਿੱਚ ਕਿਉਂ ਵਰਖਾ ਜ਼ਿਆਦਾ ਹੁੰਦੀ ਹੈ, ਕਿਉਂਕਿ ਜਿਹੜਾ ਗਰਮੀ ਦੇ ਕਾਰਨ ਜਿਹੜਾ ਕੀ ਹੁੰਦਾ ਹੈ ਘੱਟ ਵਾਯੂ ਦਾਬ ਵਾਲਾ ਖੇਤਰ ਬਣ ਜਾਂਦਾ ਹੈ ਤੇ ਜਿਹੜਾ ਸਮੁੰਦਰ ਵਿੱਚ ਕੀ ਹੁੰਦਾ ਠੰਡ ਹੋਣ ਕਰਕੇ ਵਾਯੂ ਦਾਬ ਵੱਧ ਵਾਯੂ ਦਾਬ ਹੁੰਦੀ ਹੈ, ਤਾਂ ਕਰਕੇ ਪੌਣਾ ਹੈ ਜਿਹੜੀ ਵੱਧ ਵਾਯੂ ਦਾਬ ਤੋਂ ਘੱਟ ਵਾਯੂ ਦਾਬ ਵੱਲ ਚੱਲਦੀ ਹੈ, ਭਾਵ ਸਮੁੰਦਰ ਤੋਂ ਧਰਤੀ ਵੱਲ ਚੱਲਦੀ ਹੈ, ਤਾਂ ਕਰਕੇ ਮਾਨਸੂਨ ਪੌਣਾ ਭਾਰਤ ਵਿੱਚ ਵਰਖਾ ਕਰਦੀ ਹੈ। ਇਹ ਜਿਹੜਾ ਆਪਣਾ ਪਾਰਟ ਤੀਜਾ ਤੇ ਇਹ ਲੈਸਨ ਜਲਵਾਯੂ ਵਾਲਾ ਇਹ ਆਪਣਾ ਲੈਸਨ ਜਿਹੜਾ ਕੰਪਲੀਟ ਹੋ ਗਿਆ। ਇਸ ਦੀ ਥਿਓਰੀ ਕਲਾਸ ਅੱਜ ਕੰਪਲੀਟ ਹੋ ਗਈ ਤੇ ਅੱਜ ਆਪਾਂ ਇਸ ਤੋਂ ਅੱਗੇ ਜਿਹੜਾ ਇਸ ਦੇ MCQ ਕਲਾਸ ਲੈ ਕੇ ਆਵਾਂਗੇ ਤੇ ਆਪਾਂ ਨੂੰ ਪਤਾ ਲੱਗ ਸਕਦਾ ਕਿ ਕਿੰਨੀ ਤਿਆਰੀ ਆਪਣੀ ਹੋ ਚੁੱਕੀ ਹੈ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੀ ਅਕੈਡਮੀ ਨੂੰ ਜੁਆਇਨ ਕਰੋ ਜੋ ਕਿ ਬਿਲਕੁਲ ਪੇਡ ਫਰੀ ਹੈ। ਓਕੇ, ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।